ਤਬ ਇਹੋ ਜਗਤ ਝੂਠ ਇਮ ਤੇ ਮਾਨੈ। ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਹੋਰ ਉਪਦੇਸ਼ ਦੇ ਰਹੇ ਇੱਕ ਸ਼ਬਦ ਦੁਆਰਾ, ਤਾਂ ਕਿ ਇਹ ਜੋਗੀ ਜਿਹੜਾ ਸੰਸਾਰ ਨੂੰ ਝੂਠਾ ਮੰਨ ਲਵੇ। ਤਿਸ ਪਰ ਸ੍ਰੀ ਗੁਰ ਸ਼ਬਦ ਬਖਾਨੈ। ਸੱਚੇ ਪਾਤਸ਼ਾਹ ਜੀ ਨੇ ਫਿਰ ਇੱਕ ਸ਼ਬਦ ਉਚਾਰਨ ਕੀਤਾ ਜੋਗੀ ਦੇ ਪਰਥਾਏ। ਸੂਹੀ ਮਹੱਲਾ ਪੰਜਵਾ ਕਰ ਪਹਿਲਾ। ਤੋ ਪੰਜਵੇਂ ਪਾਤਸ਼ਾਹ ਦਾ ਸੂਹੀ ਰਾਗਣੀ ਜਾਂ ਰਾਗ ਵਿੱਚ ਬਚਨ ਹੈ। ਘਰ ਪਹਿਲਾ ਸੁਰਤਾਲ ਅੰਦਰ ਇਹ ਮਹਾਰਾਜ ਦਾ ਪਾਵਨ ਬਚਨ ਮਹਾਰਾਜ ਬਖਸ਼ਦੇ ਆ। ਇਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦੁੱਤੀ ਓੰਕਾਰ ਸਮੂਹ ਦਾ ਪ੍ਰਕਾਸ਼ਕ, ਸਤ ਨਾਸ਼ ਤੋਂ ਰਹਿਤ, ਗੁਰ ਚੇਤਨ ਸਰੂਪ ਪ੍ਰਸਾਦ ਆਨੰਦ ਸਰੂਪ ਹੈ। ਇਹ ਪਾਵਨ ਪਵਿੱਤਰ ਮਹਾਰਾਜ ਜੀ ਇਹ ਸਿੱਖਿਆ ਜੋਗੀ ਤਾਈਂ ਅੱਗੇ ਬਖਸ਼ਦੇ ਹਨ। ਬਾਜੀਗਰ ਜੈਸੇ ਬਾਜੀ ਪਾਈ। ਹਾਂ ਹੇ ਜੋਗੀ ਜੀ, ਇਹ ਸੰਸਾਰ ਕਿਹੋ ਜਿਹਾ ਸੁਣੋ। ਜਿਵੇਂ ਕੋ ਬਾਜੀਗਰ ਨੇ ਬਾਜੀ ਪਾਈ ਹੁੰਦੀ ਹੈ, ਨਾਨਾ ਰੂਪ ਭੇਖ ਦਿਖਲਾਈ। ਤੇ ਉਹ ਨਾਨਾ ਤਰ੍ਹਾਂ ਦੇ ਰੂਪ ਦਿਖਾਉਂਦਾ ਬਾਜੀਗਰ। ਕਦੇ ਰਾਜਾ ਬਣਿਆ ਹੁੰਦਾ ਹੈ, ਕਦੇ ਮੰਗਤਾ ਬਣ ਜਾਂਦਾ ਹੈ। ਤੋ ਭੇਸ ਧਾਰ ਕੇ ਕਿੰਨੇ ਹੀ ਰੂਪ ਦਿਖਾਈ ਜਾਂਦਾ ਹੈ, ਕਿੰਨੇ ਹੀ ਰੂਪ ਵਿਖਾਉਂਦਾ ਹੈ। ਕਿਵੇਂ ਤਰ੍ਹਾਂ ਦੀਆਂ ਬਾਜੀਆਂ, ਕਦੇ ਕਿਸ ਤਰ੍ਹਾਂ ਦਾ ਬਣ ਕੇ ਵਿਖਾ ਦਿੰਦਾ। ਨਾਨਾ ਤਰ੍ਹਾਂ ਦੇ ਨਾਟਕ ਚੇਟਕ ਬਾਜੀਗਰ ਜਿਵੇਂ ਕਰਦਾ ਹੈ। ਸਾਂਗ ਉਤਾਰੋ ਥੰਮਿਓ ਪਾਸਾਰਾ। ਤੇ ਫਿਰ ਜਦੋਂ ਇਹ ਸਾਰਾ ਉਹ ਜਿਵੇਂ ਉਹ ਨਾ ਬਾਜੀਗਰ ਦੇ ਕੋਲ ਹੁੰਦਾ, ਉਹ ਥੰਮਲਾ ਜਿਹਦਾ ਬਣਾਉਂਦਾ ਹਵਾ ਭਰ ਕੇ, ਖੱਲਾ ਵੀ ਕਹਿ ਦਿੰਦੇ ਉਹਨੂੰ, ਭੌ ਖੱਲਾ ਕਹੋ। ਤੇ ਉਹਦੇ ਵਿੱਚ ਹੀ ਉਹਨੇ ਸਾਰਾ ਕਨਾਤ ਵਿੱਚ ਹੀ ਸਮਾਨ ਬੰਨਿਆ ਹੁੰਦਾ। ਉਹ ਮੋਢੇ ਤੇ ਰੱਖ ਕੇ ਲਿਆਉਂਦਾ, ਇੱਕ ਥਾਂ ਤੇ ਲਿਆ ਕੇ ਉਹ ਸਾਰੇ ਹੀ ਗੱਡ ਕੇ ਉਹ ਮੇਲਾ ਹੀ ਬਣਾ ਦਿੰਦਾ ਝੱਟ ਵਿੱਚ ਹੀ। ਤੋ ਜਦੋਂ ਸਾਰੀ ਬਾਜੀ ਪੈ ਜਾਂਦੀ ਹੈ, ਉਹ ਸਾਰਾ ਕੁਝ ਸਮੇਟ ਕੇ ਉਸੇ ਹੀ ਥੈਲੇ ਵਿੱਚ ਪਾ ਕੇ ਤੇ ਮੋਢੇ ਤੇ ਮਾਰ ਕੇ ਤੁਰ ਜਾਂਦਾ। ਜਿੰਨਾ ਕੁਝ ਪਹਿਲਾਂ ਮੇਲਾ ਬਣਾਇਆ ਹੁੰਦਾ ਛਿਣ ਵਿੱਚ ਹੀ ਸਾਰਾ ਇਕੱਠਾ ਕਰਕੇ, ਤੇ ਇਕੱਲਾ ਹੀ ਆਪ ਬਾਜੀਗਰ ਰਹਿ ਜਾਂਦਾ। ਇਸ ਤਰ੍ਹਾਂ ਜੋ ਹੈ। ਤਬ ਏਕੋ ਏਕੰਕਾਰ। ਤੇ ਜਦੋਂ ਸਾਰਾ ਮੇਲਾ ਪੂਰਾ ਹੁੰਦਾ ਨਾ, ਬਾਜੀ ਪੈ ਜਾਂਦੀ ਹੈ, ਤੇ ਬਾਜੀਗਰ ਸਾਰਾ ਕੁਝ ਹੀ ਸਮੇਟ ਕੇ ਤੇ ਫਿਰ ਇਕੱਲਾ ਹੀ ਰਹਿ ਜਾਂਦਾ। ਸਭ ਮੇਲਾ, ਨਾਨਾ ਤਰ੍ਹਾਂ ਦੇ ਭੇਖ, ਸਭ ਕੁਝ ਖਤਮ ਹੋ ਜਾਂਦੇ ਹਨ। ਤਬ ਏਕੋ ਏਕੰਕਾਰਾ। ਤਿਸੇ ਤਰ੍ਹਾਂ ਉਦੋਂ ਫਿਰ ਬਾਜੀਗਰ ਇਕੱਲਾ ਹੀ ਇੱਕ ਓੰਕਾਰਾ, ਇੱਕੋ ਇੱਕ ਹੀ ਆਪ ਹੀ ਰਹਿ ਜਾਂਦਾ, ਇੱਕੋ ਆਪ ਦਾ ਹੀ ਆਕਾਰ ਰਹਿ ਜਾਂਦਾ ਹੈ। ਕਵਨ ਰੂਪ ਦਿਸਟਿਓ ਬਿਨਸਾਇਓ। ਤੇ ਫਿਰ ਦੱਸ ਕੀ ਕਹੀਏ ਵੀ ਕਿਹੜਾ ਰੂਪ ਉਹਦਾ ਦਿਸ ਰਿਹਾ ਸੀ ਤੇ ਕਿਹੜਾ ਬਿਨਸਾਇਓ ਬਿਨਸ ਗਿਆ ਹੈ। ਕਤ ਹੈ ਗਇਓ ਓਹ ਕਤ ਤੇ ਆਇਓ। ਤੇ ਕੀ ਆਖੀਏ ਜੋਗੀ ਜਿਹੜਾ ਵਾ ਉਹ ਜੋਗੀ ਜੀ ਬਾਜੀਗਰ ਕਿੱਥੋਂ ਆਇਆ ਤੇ ਕਿੱਧਰ ਗਿਆ। ਇਸ ਤਰ੍ਹਾਂ ਸੰਸਾਰ ਹੈ। ਬਾਜੀਗਰ ਪਰਮੇਸ਼ਰ ਹੈ। ਉਹ ਮਾਇਆ ਜਿਹੜੀ ਬਾਜੀਗਰ ਜੈਸੀ ਬਾਜੀ ਮਾਇਆ ਕੀ ਕਨਾਤ ਸਾਜੀ, ਪਾਜੀ ਕੋ ਅਪਾਜੀ ਲਖ ਤਾਸੋ ਬਿਰ ਮਾਇਓ ਹੈ। ਕੂੜ ਹੈ ਰੇ ਕੂੜ ਮਨ ਮੂੜ ਲਗ ਨਾਮ ਰੂੜ, ਸਾਚੇ ਕੋ ਬਣਾਇਓ ਤਾਤੇ ਸਾਚੇ ਸੋ ਸੁਹਾਇਓ ਹੈ। ਹੇ ਜੋਗੀ ਜੀ, ਪਰਮੇਸ਼ਰ ਬਾਜੀਗਰ ਹੈ। ਆ ਸੰਸਾਰ ਰੂਪੀ ਸਾਰੀ ਬਾਜੀ ਉਹ ਪ੍ਰਭੂ ਪਰਮੇਸ਼ਰ ਨੇ ਪਾਉਣਾ ਕੀਤੀ ਹੈ। ਨਾਨਾ ਰੂਪ ਭੇਖ ਦਿਖਲਾਈ। ਉਹ ਜਿਹੜੇ ਨਾਨਾ ਤਰ੍ਹਾਂ ਦੇ ਰੂਪ ਦਿਸਦੇ ਆ ਨਾ, ਉਹ ਕਰ ਸਾਰਾ ਕੁਝ ਪਰਮੇਸ਼ਰ ਹੀ ਰਿਹਾ ਹੈ। ਪਰ ਜਿਵੇਂ ਬਾਜੀਗਰ ਦੀ ਬਾਜੀ ਵਿੱਚ ਬਾਜੀਗਰ ਬਾਜੀ ਪਾਉਂਦਾ ਹੈ ਤੇ ਕਿੰਨਾ ਕੁਝ ਹੀ ਵਿਖਾ ਦਿੰਦਾ, ਕਿੰਨੇ ਭੇਸ ਵਿਖਾ ਦਿੰਦਾ। ਕੋਈ ਨਹੀਂ ਜਾਣਦਾ ਵੀ ਬਾਜੀਗਰ ਸਾਰਾ ਕੁਝ ਕਰ ਰਹੇ ਆ, ਪਰ ਉਹ ਬਾਜੀ ਨੂੰ ਵੇਖ ਵੇਖ ਕੇ ਵੇਖਣ ਵਾਲੇ ਪਰਚੇ ਹੁੰਦੇ ਆ। ਇਸ ਤਰ੍ਹਾਂ ਪਰਮੇਸ਼ਰ ਬਾਜੀਗਰ ਹੈ। ਤੇ ਮਾਇਆ ਕਰਕੇ ਸਾਰਾ ਸੰਸਾਰ ਪਰਮੇਸ਼ਰ ਨੇ ਸਾਨੂੰ ਦ੍ਰਿਸ਼ਟਮਾਨ ਕਰਾਇਆ ਹੋਇਆ ਦਿਸ ਰਹੇ ਆ। ਸਾਂਗ ਥੰਮਿਓ, ਸਾਂਗ ਉਤਾਰ, ਥੰਮਿਓ ਪਾਸਾਰਾ। ਫਿਰ ਪਰਮੇਸ਼ਰ ਕੀ ਕਰਦਾ ਹੈ, ਫਿਰ ਸਾਰਾ ਜਿੰਨਾ ਪਸਾਰਾ ਹੈ, ਜਦ ਸੱਚੇ ਪਾਤਸ਼ਾਹ ਉਹ ਆਕਰਖਤਾ ਸ਼ਕਤੀ ਵਿੱਚ ਆਉਂਦਾ ਹੈ, ਸਾਰਾ ਕੁਝ ਹੀ ਜਿਹੜਾ ਸਮੇਟ ਕੇ ਆਪਦੇ ਵਿੱਚ ਲਪੇਟ ਲੈਂਦਾ ਹੈ। ਰਹਾਉ ਤਬ ਏਕੋ ਏਕੰਕਾਰਾ। ਉਦੋਂ ਫਿਰ ਕੱਲਾ ਪਰਮੇਸ਼ਰ ਹੀ ਰਹਿ ਜਾਂਦਾ। ਫਿਰ ਕੀ ਆਖੀਏ ਜੋਗੀ ਜੀ, ਪਰਮੇਸ਼ਰ ਦਾ ਕਿਹੜਾ ਰੂਪ ਹੈ ਜਿਹੜਾ ਦਿਸ ਰਿਹਾ, ਤੇ ਕਿਹੜਾ ਰੂਪ ਸੀ ਹੁਣ ਬਿਨਸ ਗਿਆ। ਭਾਵ ਸੰਸਾਰ ਪਹਿਲਾਂ ਦਿਸ ਰਿਹਾ ਸੀ, ਹੁਣ ਨਾਸ਼ ਹੋ ਗਿਆ ਹੈ। ਕਤ ਹੈ ਗਇਓ ਉਹ ਕਤ ਤੇ ਆਇਓ। ਉਹ ਪਰਮੇਸ਼ਰ ਕਿੱਥੋਂ ਸੰਸਾਰ ਆਇਆ ਸੀ ਤੇ ਹੁਣ ਇਸ ਟਾਈਮ ਕਿੱਧਰ ਗਿਆ। ਉਹ ਸੰਸਾਰ ਪਰਮੇਸ਼ਰ ਤੋਂ ਹੀ ਆਇਆ ਸੀ। ਜਿਵੇਂ ਬਾਜੀਗਰ ਦੀ ਸਾਰੀ ਬਾਜੀ ਬਾਜੀਗਰ ਤੋਂ ਹੀ ਸ਼ੁਰੂ ਹੁੰਦੀ ਹੈ ਤੇ ਖਤਮ ਹੋ ਕੇ ਬਾਜੀਗਰ ਦੇ ਉਹ ਥੈਲੇ ਵਿੱਚ ਹੀ ਪੈ ਕੇ ਚਲੀ ਜਾਂਦੀ ਹੈ। ਇਸ ਤਰ੍ਹਾਂ ਇਹ ਸੰਸਾਰ ਪਰਮੇਸ਼ਰ ਰੂਪ ਹੈ, ਪਰਮੇਸ਼ਰ ਤੋਂ ਹੀ ਸ਼ੁਰੂ ਹੋਇਆ। ਜਦੋਂ ਸੰਸਾਰ ਨਾਸ਼ ਹੋਵੇਗਾ ਉਦੋਂ ਸਭ ਕੁਝ ਪਰਮੇਸ਼ਰ ਹੀ ਹੋ ਜਾਵੇਗਾ। ਇੱਕ ਓੰਕਾਰ ਪਰਮੇਸ਼ਰ ਹੀ ਰਹਿ ਜਾਵੇਗਾ। ਰਹਾਉ
ਜਲ ਤੇ ਊਠ ਹੈ ਅਨੇਕ ਫਿਰ ਤਰੰਗਾ। ਮਹਾਰਾਜ ਇੱਕ ਹੋਰ ਪ੍ਰਮਾਣ ਦਿੰਦੇ ਆ, ਜੋਗੀ ਜੀ ਸੰਸਾਰ ਕੈਸਾ ਹੈ, ਜਿਵੇਂ ਜਲ ਹੁੰਦਾ ਨਾ ਪਾਣੀ, ਉਹਦੇ ਤੋਂ ਹਵਾ ਦੇ ਦਬਾਅ ਕਰਕੇ ਅਨੇਕਾਂ ਲਹਿਰਾਂ ਉੱਠਦੀਆਂ ਨੇ, ਤਰੰਗਾਂ ਪ੍ਰਤੀਤ ਹੁੰਦੀਆਂ ਹਨ। ਤੇ ਜੇ ਕੋਈ ਆਮ ਸਧਾਰਨ ਹੁਣ ਪੁਰਸ਼ ਹੋਵੇ, ਉਹਨੂੰ ਪੁੱਛੋ ਆ ਕੀ, ਆਖੂਗਾ ਲਹਿਰਾਂ। ਉਹਨੂੰ ਆਖੋ ਨਹੀਂ ਲਹਿਰਾਂ ਨਹੀਂ, ਇਹ ਪਾਣੀ ਹੈ, ਇਹ ਬੁਲਬੁਲਾ ਨਹੀਂ, ਇਹ ਪਾਣੀ ਹੈ, ਇਹ ਗੜਾ ਨਹੀਂ, ਇਹ ਪਾਣੀ, ਇਹ ਬਰਫ਼ ਨਹੀਂ, ਇਹ ਪਾਣੀ। ਉਹ ਮੰਨੂ ਹੀ ਨਹੀਂ, ਆਖੂ ਨਹੀਂ ਪਾਣੀ ਨਹੀਂ, ਇਹ ਬਰਫ਼ ਹੈ। ਪਰ ਬਰਫ਼ ਦਾ ਵਾਸਤਵ ਰੂਪ ਕੀ ਹੈ? ਬਰਫ਼ ਜਦੋਂ ਢਲ ਜਾਵੇਗੀ ਉਦੋਂ ਕੀ ਬਣੇਗੀ? ਬਰਫ਼ ਹੋਣ ਤੋਂ ਪਹਿਲਾਂ ਵੀ ਪਾਣੀ ਸੀ, ਬਰਫ਼ ਹੋਣ ਤੋਂ ਬਾਅਦ ਵੀ ਪਾਣੀ ਹੋਵੇਗੀ। ਬੁਲਬੁਲਾ ਬਣਨ ਤੋਂ ਪਹਿਲਾਂ ਵੀ ਪਾਣੀ ਸੀ, ਤੇ ਬੁਲਬੁਲਾ ਜਦੋਂ ਫੁੱਟੇਗਾ ਉਦੋਂ ਵੀ ਪਾਣੀ ਰਹਿ ਜਾਵੇਗਾ। ਤਰੰਗ ਬਣਨ ਤੋਂ, ਲਹਿਰ ਬਣਨ ਤੋਂ, ਛਲ ਬਣਨ ਤੋਂ ਪਹਿਲਾਂ ਵੀ ਪਾਣੀ ਸੀ, ਤੇ ਜਦੋਂ ਛਲ ਨਹੀਂ ਰਵੇਗੀ ਉਦੋਂ ਵੀ ਪਾਣੀ ਹੋਵੇਗੀ। ਇਸ ਤਰ੍ਹਾਂ ਸੰਸਾਰ ਹੈ, ਜਦੋਂ ਸੰਸਾਰ ਨਹੀਂ ਸੀ ਉਦੋਂ ਵੀ ਪਰਮੇਸ਼ਰ ਸੀ। ਹੁਣ ਸੰਸਾਰ ਅਗਿਆਨ ਕਰਕੇ ਲੱਗ ਰਿਹਾ, ਤੇ ਜੋਗੀ ਜੀ ਜਦੋਂ ਸੰਸਾਰ ਮਿਟ ਜਾਵੇਗਾ ਉਦੋਂ ਵੀ ਪਰਮੇਸ਼ਰ ਹੋਵੇਗਾ। ਸੰਸਾਰ ਤੋਂ ਪਹਿਲਾਂ ਵੀ ਪਰਮੇਸ਼ਰ, ਸੰਸਾਰ ਤੋਂ ਬਾਅਦ ਵੀ ਪਰਮੇਸ਼ਰ। ਜਿਵੇਂ ਲਹਿਰ ਤੋਂ ਪਹਿਲਾਂ ਵੀ ਪਾਣੀ, ਲਹਿਰ ਤੋਂ ਬਾਅਦ ਵੀ ਪਾਣੀ, ਤੇ ਲਹਿਰ ਦੇ ਵਿੱਚ ਵੀ ਪਾਣੀ ਹੁੰਦਾ ਹੈ। ਇਸ ਤਰ੍ਹਾਂ ਸੰਸਾਰ ਤੋਂ ਪਹਿਲਾਂ ਵੀ ਪਰਮੇਸ਼ਰ ਸੀ, ਹੁਣ ਵੀ ਪਰਮੇਸ਼ਰ ਹੈ, ਤੇ ਜਦੋਂ ਸੰਸਾਰ ਨਹੀਂ ਰਹੇਗਾ ਉਦੋਂ ਵੀ ਪਰਮੇਸ਼ਰ ਰਹੇਗਾ, ਹੋਵੇਗਾ। ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀਆਂ ਪਾਣੀ ਦਾ ਪ੍ਰਮਾਣ ਦੇ ਕੇ ਸਮਝਾਇਆ ਹੈ। ਕਨਿਕ ਭੂਖਨ ਕੀਨੇ ਬਹੁ ਰੰਗਾ। ਤੋ ਫਿਰ ਮਹਾਰਾਜ ਇੱਕ ਹੋਰ ਪ੍ਰਮਾਣ ਦਿੰਦੇ, ਜੋਗੀ ਜੀ ਜਿਵੇਂ ਗਹਿਣਾ ਹੁੰਦਾ ਕੋਈ, ਸੋਨੇ ਦੇ ਵਿੱਚੋਂ ਕਿੰਨੇ ਹੀ ਗਹਿਣੇ ਬਣ ਜਾਂਦੇ। ਸੋਨੇ ਦੀ ਡਲੀ ਹੁੰਦੀ ਸੁਨਿਆਰੇ ਦੇ ਕੋਲ, ਉਹਨੂੰ ਢਾਲ ਕੇ ਕੁਠਾਲੀ ਵਿੱਚ, ਤੇ ਕਿੰਨੇ ਕਾਂਟੇ, ਛਾਪਾਂ, ਛੱਲੇ, ਵੰਗਾਂ, ਕੰਗਣ, ਕਿੰਨਾ ਕੁਝ ਜੋਗੀ ਉਹ ਜਿਹੜਾ ਵਾ ਸੁਨਿਆਰਾ ਬਣਾ ਦਿੰਦਾ। ਪਰ ਜੇ ਵੇਖੀਏ ਤੇ ਉਹਦੇ ਵਿੱਚ ਹੁੰਦਾ ਕੀ ਹੈ? ਵੰਗ ਵਿੱਚ ਕੀ ਹੈ? ਵੰਗ ਵਿੱਚ ਵੀ ਸੋਨਾ ਹੈ। ਵੰਗ ਸੋਨਾ ਜਿਹੜਾ ਹੈ, ਵੰਗ ਬਣਨ ਤੋਂ ਪਹਿਲਾਂ ਵੀ ਸੋਨਾ ਸੀ, ਵੰਗ ਬਣ ਗਈ ਫਿਰ ਵੀ ਸੋਨਾ ਹੀ ਰਹਿਣਾ। ਤੇ ਜਦੋਂ ਵੰਗ ਨਹੀਂ ਰਹੇਗੀ, ਇਹਨੂੰ ਅੱਗ ਵਿੱਚ ਪੰਘਾਲੇਗਾ ਸੁਨਿਆਰਾ, ਇਹ ਉਦੋਂ ਵੀ ਵੰਗ ਸੋਨਾ ਹੀ ਰਹੇਗੀ। ਇਹ ਤ੍ਰੈ ਕਾਲ, ਪਹਿਲਾਂ, ਹੁਣ ਤੇ ਬਾਅਦ ਵਿੱਚ, ਜਿਵੇਂ ਸੋਨੇ ਦੇ ਗਹਿਣਿਆਂ ਵਿੱਚ ਸੋਨਾ ਹੀ ਹੁੰਦਾ ਇਹਨਾਂ ਦਾ, ਸੋਨੇ ਦਾ ਵਾਸਤਵ ਰੂਪ ਜਿਹੜਾ ਗਹਿਣਿਆਂ ਦਾ ਵਾਸਤਵ ਰੂਪ ਸੋਨਾ ਹੀ ਹੈ। ਇਸ ਤਰ੍ਹਾਂ ਜੋਗੀ ਜੀ ਸੰਸਾਰ ਦਾ ਵਾਸਤਵ ਰੂਪ, ਚਾਹੇ ਹੁਣ ਤੁਸੀਂ ਕਹਿੰਦੇ ਸੀ ਨਾ, ਇੱਕ ਪੁੱਛਿਆ ਸਵਾਲ ਵੀ, ਜੇ ਪਰਮੇਸ਼ਰ ਇੱਕ ਹੈ ਤੇ ਇੰਨੇ ਕਿਉਂ ਦਿਸ ਰਹੇ ਆ? ਜੇ ਸਰੀਰ ਹਰੇਕ 'ਚ ਪਰਮੇਸ਼ਰ ਹੈ ਤੇ ਪਰਮੇਸ਼ਰ ਨਾਨਾਵਤ ਕਿਉਂ ਦਿਸਦਾ? ਕਿੰਨੇ ਪ੍ਰਾਣੀ ਹੈ, ਕਿਤੇ ਜੇ ਸਾਰੇ ਜੀਵਾਂ ਵਿੱਚ ਆਤਮਾ ਪਰਮੇਸ਼ਰ ਪਰਮਾਤਮਾ, ਫਿਰ ਕਿਤੇ ਤੋਂ ਕੁੱਤਾ ਰੂਪ ਹੈ, ਕਿਤੇ ਫਿਰ ਵੇਖੀਏ ਘੋੜਾ ਹੈ, ਕਿਤੇ ਪੰਛੀ ਹੈ। ਕੀ ਉਹ ਪੰਛੀ, ਮਹਾਰਾਜ ਕਹਿੰਦੇ ਪੰਛੀ ਵਿੱਚ ਆਤਮਾ ਪੈ ਕੇ ਉਹ ਆਤਮਾ ਬ੍ਰਹਮ ਪਰਮੇਸ਼ਰ ਪੰਛੀ ਬਣ ਜਾਂਦਾ? ਰੂਪ ਤੋਂ ਪੰਛੀ ਦਾ, ਜਿਵੇਂ ਸੋਨਾ ਰੂਪ, ਉਹਨੂੰ ਚਾਹੇ ਵੰਗ ਦਾ ਦੇ ਦਿਓ, ਚਾਹੇ ਉਹਨੂੰ ਕੋਈ ਹਾਰ ਬਣਾਈ ਫਿਰੇ, ਚਾਹੇ ਜੋ ਮਰਜ਼ੀ ਕੈਂਠਾ ਬਣਾਵੇ, ਪਰ ਉਹ ਹੈ ਤਾਂ ਸੋਨਾ ਨਾ। ਇਸ ਤਰ੍ਹਾਂ ਉਹ ਹੈ ਪਰਮੇਸ਼ਰ ਹੀ ਹੈ। ਉਹ ਚਾਹੇ ਕੋਈ ਜਾਨਵਰ ਦੇ ਰੂਪ 'ਚ ਹੈ ਆਤਮਾ, ਤੇ ਚਾਹੇ ਕੋਈ ਕਿਸੇ ਪੰਛੀ ਦੇ ਰੂਪ 'ਚ ਹੈ, ਚਾਹੇ ਕਿਸੇ ਮਨੁੱਖ, ਚਾਹੇ ਇਸਤਰੀ ਦੇ ਰੂਪ ਵਿੱਚ ਹੈ। ਉਹ ਜਿਵੇਂ ਸੋਨਾ ਕਿਸੇ ਵੀ ਰੂਪ ਵਿੱਚ ਸੋਨਾ ਹੀ ਰਹਿਣਾ, ਚਾਹੇ ਉਹਦੀ ਛਾਪ ਬਣੇ, ਛੱਲਾ ਬਣੇ, ਚਾਹੇ ਉਹਦੀ ਵੰਗ ਬਣੇ। ਇਸ ਤਰ੍ਹਾਂ ਜੋਗੀ ਜੀ ਪਰਮੇਸ਼ਰ ਹੀ ਹੈ, ਚਾਹੇ ਉਹ ਮਨੁੱਖ ਵਿੱਚ ਹੈ ਆਤਮਾ ਰੂਪ ਹੋ ਕੇ, ਚਾਹੇ ਉਹ ਕਿਸੇ ਨਿਖਿੱਧ ਪਸ਼ੂ ਜੂਨੀ ਵਿੱਚ ਹੈ, ਚਾਹੇ ਉਹ ਸੱਪ ਆਦਿਕ ਕਿਸੇ ਜੂਨੀ ਵਿੱਚ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਵੇਂ ਹਰੇਕ ਗਹਿਣੇ ਵਿੱਚ ਸੋਨਾ ਹੈ, ਤਾਂ ਗਹਿਣਾ ਸੋਨਾ ਨਹੀਂ, ਚਾਹੇ ਜੋ ਸੋਨਾ ਹੈ ਉਹਦੇ ਜਿੰਨੇ ਮਰਜ਼ੀ ਰੂਪ ਧਾਰੇ ਜਾਣ ਉਹ ਸੋਨਾ ਹੀ ਰਹੇਗਾ। ਇਸ ਤਰ੍ਹਾਂ ਜਿੰਨੇ ਮਰਜ਼ੀ ਚਾਹੇ ਪਸ਼ੂ ਪੰਛੀ ਕਿੰਨੀਆਂ ਮਰਜ਼ੀ ਜੂਨਾਂ ਬਣਨ, ਜੋਗੀ ਜੀ ਪਰਮੇਸ਼ਰ ਇੱਕੋ ਹੀ ਰਹਿਣਾ ਹੈ। ਬੀਜ ਦੇਖਿਓ ਬਹੁ ਪ੍ਰਕਾਰ। ਫਿਰ ਮਾਰੇ ਇੱਕ ਹੋਰ ਪ੍ਰਮਾਣ ਦਿੰਦੇ ਜੋਗੀ ਜੀ, ਜਿਵੇਂ ਇੱਕ ਬੀਜ ਬੀਜੀਏ, ਬੀਜ ਬੀਜੋ ਉਹ ਫਿਰ ਦੇਖੀਦਾ ਬੜੇ ਪ੍ਰਕਾਰ ਦਾ। ਕਿਤੇ ਉਹ ਬੀਜ ਫੁੱਟਦਾ, ਜਦੋਂ ਅੰਕੂਰ ਨਿਕਲਦੇ ਆ, ਪਹਿਲਾਂ ਪੱਤੇ ਬਣਦੇ ਆ, ਫਿਰ ਲਗਰਾਂ ਕੱਢਦਾ, ਫਿਰ ਟਾਹਣੀਆਂ ਬਣਦੀਆਂ, ਤੇ 10 15 20 ਸਾਲ ਵਿੱਚ ਕਿਧਰੇ ਜੜਾਂ, ਕਿਧਰੇ ਪੱਤੇ, ਕਿਧਰੇ ਟਹਿਣੀਆਂ ਗੋਲਾਂ ਲੱਗਦੀਆਂ, ਜਾਂ ਕਿਧਰੇ ਫੁੱਲ ਲੱਗਦੇ ਆ, ਪੱਤੇ ਮੋਟੇ ਤਣੇ ਛੋਟੇ ਤਣੇ। ਇੱਕ ਬੀਜ ਦੇ ਵਿੱਚੋਂ ਬੀਜ ਬੀਜਿਆ, ਉਹ ਉੱਗਦਾ ਤੇ ਕਿੱਡਾ ਵੱਡਾ ਦਰਖਤ ਬਣ ਜਾਂਦਾ ਹੈ। ਫਲ ਪਾਕੇ ਤੇ ਕੰਕਾਰਾ। ਪਰ ਜਦੋਂ ਫਲ ਪੱਕ ਜਾਂਦਾ ਉਦੋਂ ਕੀ ਹੁੰਦਾ ਹੈ? ਭਾਵ ਮਾਰੇ ਕਹਿੰਦੇ ਬੀਜ ਬੀਜਿਆ, ਉੱਗਿਆ, ਰੁੱਖ ਬਣਿਆ, ਚਾਹੇ ਕਿੰਨੇ ਪੱਤੇ ਟਹਿਣੀਆਂ ਜੋ ਮਰਜ਼ੀ ਹੈ, ਅੰਤਲੇ ਸਮੇਂ ਜੋ ਫਲ ਲੱਗੇਗਾ, ਰੁੱਖ ਉੱਗਿਆ ਬੀਜ ਤੋਂ ਹੈ,
ਤੇ ਉਹਨੂੰ ਫਲ ਲੱਗੇਗਾ, ਫਲ ਪਾੜ ਕੇ ਵੇਖੋਗੇ ਉਹਦੇ ਵਿੱਚ ਵੀ ਬੀਜ ਹੋਵੇਗਾ। ਬੀਜ ਤੋਂ ਸ਼ੁਰੂ ਹੋਇਆ ਤੇ ਅੰਤਲੇ ਸਮੇਂ ਫੇਰ ਬੀਜ ਹੀ ਹੋਇਆ। ਇਸ ਤਰ੍ਹਾਂ ਪਰਮੇਸ਼ਰ ਸੰਸਾਰ ਵਿੱਚ ਰਮਿਆ ਹੋਇਆ ਹੈ। ਸਹਸ ਘਟਾ ਮਹਿ ਏਕ ਆਕਾਸ। ਤੇ ਜਿਵੇਂ ਸਹਿਜ ਘੜਾ, ਘੜਾ ਨਾਮ ਘੜੇ ਦਾ 100 ਘੜਾ ਜਾਂ 1000 ਘੜਾ ਹੋਵੇ, ਉਹਦੇ ਵਿੱਚ ਪਾਣੀ ਭਰ ਕੇ ਵੇਖੋਗੇ 1000 ਹੀ ਚੰਦਰਮਾ ਦਿਸੂਗਾ, ਕਿਉਂਕਿ ਪਰਛਾਵਾਂ ਪੈਂਦਾ ਉਹਦਾ ਆਕਾਸ਼ ਦਾ। 1000 ਹੀ ਉਹਦੇ ਵਿੱਚ ਚੰਦਰਮਾ, 1000 ਸੂਰਜ, ਹਜ਼ਾਰਾਂ ਉਸੇ ਤਰ੍ਹਾਂ ਹੀ ਤਾਰੇ ਦਿਸਣਗੇ। ਤੋ ਜਿਸ ਤਰ੍ਹਾਂ ਸਹਿਜ ਘਟਾ ਮਹਿ ਏਕ ਆਕਾਸ਼, ਜਿਹੜਾ ਚਿਦਾ ਆਕਾਸ਼ ਮਹਾ ਆਕਾਸ਼ ਹੈ, ਹਜ਼ਾਰਾਂ ਘੜਿਆਂ ਵਿੱਚ ਇੱਕੋ ਹੀ ਦਿਸਦਾ, ਪਰ 1000 ਰੂਪ ਹੋ ਕਰਕੇ ਦਿਸਦਾ। 1000 ਘੜੇ ਪਾਣੀ ਦੇ ਭਰ ਲਓ, ਉਹਦੇ ਵਿੱਚ 1000 ਹੀ ਚੰਦਰਮਾ ਦਿਸਣਗੇ। ਪਰ ਜੋਗੀ ਜੀ ਅਸਲ ਵਿੱਚ ਉਹ ਚੰਦਰਮਾ 1000 ਨਹੀਂ ਹੁੰਦੇ, ਚੰਦਰਮਾ ਇੱਕੋ ਹੀ ਹੈ, ਪਰ ਘੜੇ ਬਹੁਤੇ ਭਰੇ ਹੋਣ ਕਰਕੇ ਪਰਛਾਵੇਂ ਕਾਰਨ ਜਿਹੜਾ ਹੈ ਉਹ 1000 ਚੰਦਰਮਾ ਲੱਗਦਾ ਹੈ। ਘਟ ਫੂਟੇ ਤੇ ਉਹੀ ਤੇ ਪਰਗਾਸ। ਜੇ ਘੜੇ ਭੰਨ ਦਈਏ ਫਿਰ ਇੱਕੋ ਜਿਹੜਾ ਚਿਦਾ ਆਕਾਸ਼ ਉਹੀ ਰਹਿ ਜਾਂਦਾ, ਕੁਝ ਨਹੀਂ ਰਹਿ ਜਾਂਦਾ। ਇਸ ਤਰ੍ਹਾਂ ਇਹ ਜਿਹੜੇ ਮਹਾ ਆਕਾਸ਼ ਦੀ ਨਿਆਈ ਪਰਮੇਸ਼ਰ ਹੈ, ਇਹ ਸਾਰੇ ਸਰੀਰ ਘੜੇ ਹਨ। ਘੜਿਆਂ ਦੇ ਵਿੱਚ ਉਹ ਪਰਮੇਸ਼ਰ ਦੀ ਪਰਛਾਈ ਜਿਹੜੀ ਉਹ ਜੋਤ ਰੂਪ, ਜਦੋਂ ਇਹ ਸਰੀਰ ਨਹੀਂ ਰਹਿਣਗੇ, ਉਹ ਜਿਵੇਂ ਘੜਾ ਭੰਨੇ ਜਾਣ ਤੇ ਪਾਣੀ ਨਿਕਲ ਜਾਂਦਾ, ਫਿਰ ਉਹਦੇ ਵਿੱਚ ਆਕਾਸ਼ ਨਹੀਂ ਦਿਸਦਾ। ਇਸ ਤਰ੍ਹਾਂ ਜਦੋਂ ਪਰਮੇਸ਼ਰ ਇਹ ਸਰੀਰ ਜਦੋਂ ਨਾਸ਼ ਹੋ ਜਾਵੇਗਾ, ਉਦੋਂ ਇਹ ਪਰਮੇਸ਼ਰ ਉਸੇ ਹੀ ਪਰਮੇਸ਼ਰ ਦੇ ਵਿੱਚ ਰਲ ਜਾਵੇਗਾ। ਹੈ ਆਤਮਾ ਵੀ ਪਰਮੇਸ਼ਰ, ਤੇ ਉਹ ਪਰਮੇਸ਼ਰ ਤੋਂ ਹੈ ਹੀ, ਉਸੇ ਪਰਮੇਸ਼ਰ ਤੋਂ ਆਤਮਾ ਹੋਈ ਹੈ। ਪਰ ਜਿੰਨਾ ਸਮਾਂ ਸਰੀਰ ਹੈ ਨਾ, ਉਹਨਾਂ ਸਮਾਂ ਹੀ ਜੋਗੀ ਜੀ ਆਤਮਾ ਸਰੀਰ ਕਰਕੇ ਵੱਖਰੀ ਲੱਗਣੀ ਹੈ। ਜਦੇ ਸਰੀਰ ਨਾਸ਼ ਹੋਇਆ ਤੋ ਜਾ ਕੇ ਇਸੇ ਆਤਮਾ ਨੇ ਪਰਮੇਸ਼ਰ ਵਿੱਚ ਹੀ ਲੀਨ ਹੋ ਜਾਣਾ ਹੈ। ਜਿਵੇਂ ਇੱਕ ਘੜਾ, 100 ਘੜਾ, 1000 ਘੜਾ, ਜਿੰਨੇ ਘੜੇ ਹੁਣ ਓਨੇ ਹੀ ਆਕਾਸ਼ ਲੱਗਦੇ ਆ। ਤੇ ਸਾਰੇ ਘੜੇ ਭੰਨ ਦਿਓ ਤੇ ਜੋਗੀ ਜੀ ਫਿਰ ਨਹੀਂ ਆਕਾਸ਼ ਦਿਸਦਾ, ਇੱਕੋ ਹੀ ਆਕਾਸ਼ ਰਹਿ ਜਾਂਦਾ, ਉਹ ਨਾਨਾਪੁਣਾ ਖਤਮ ਹੋ ਜਾਂਦਾ ਹੈ। ਪਰਮ ਲੋਭ ਮੋਹ ਮਾਇਆ ਵਿਕਾਰ। ਉਹ ਇਸ ਤਰ੍ਹਾਂ ਫਿਰ ਜਿਹੜਾ ਭਰਮ ਹੈ 5 ਪ੍ਰਕਾਰ ਦਾ, ਫਿਰ ਲੋਭ ਹੈ ਤੇ ਮੋਹ ਮਾਇਆ, ਇਹ ਸਭ ਮਾਇਆ ਦਾ ਵਿਗਾੜ ਹੈ। ਮਾਇਆ ਜਿਹੜੀ ਮਾਇਆ ਹੀ ਵਿਗੜ ਕੇ ਮੋਹ ਬਣੀ ਹੋਈ ਹੈ, ਲਾਲਚ ਬਣੀ ਹੋਈ ਹੈ, ਭਰਮ ਪਾਉਂਦੀ ਹੈ। ਇਹ ਸਭ ਮਾਇਆ ਦੀ ਕਰਾਮਾਤ ਹੈ, ਜਿਹੜਾ ਲੱਭ ਲੋਭ ਲਾਲਚ ਤੇ ਭਰਮ ਲੱਗ ਰਿਹਾ। ਸੰਸਾਰ ਜਿਹੜਾ ਸੱਚਾ ਭਾਸਦਾ ਹੈ ਜੋਗੀ ਜੀ, ਇਹ ਮਾਇਆ ਦੀ ਸਭ ਕਰਾਮਾਤ ਹੈ। ਭ੍ਰਮ ਛੂਟੇ ਤੇ ਏਕ ਓੰਕਾਰ। ਤੇ ਜਦੋਂ ਭਰਮ ਨਾ ਰਿਹਾ ਮਨ ਵਿੱਚ, ਤੇ ਉਦੋਂ ਵੇਖਿਆ ਜੇ ਜੋਗੀ ਜੀ, ਉਦੋਂ ਕੇਵਲ ਤੇ ਕੇਵਲ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਭ ਪਾਸੇ ਪਰਮੇਸ਼ਰ ਦਿਸੇਗਾ। ਜਦੋਂ ਭਰਮ ਕਰਕੇ ਆਪਾਂ ਨੂੰ ਸਭ ਕੁਝ ਵੱਖਰਾ ਵੱਖਰਾ ਲੱਗਦਾ, ਵਾਸਤੇ ਵਿੱਚ ਸਭ ਕੁਝ ਇੱਕ ਹੈ। ਜਦੋਂ ਭਰਮ ਨਾਸ਼ ਹੋ ਜਾਂਦਾ ਹੈ ਨਾ, ਉਦੋਂ ਜੋਗੀ ਜੀ ਫਿਰ ਸਭ ਪਾਸੇ ਪਰਮੇਸ਼ਰ ਹੀ ਦਿਸਦਾ ਹੈ। ਉਹ ਅਬਿਨਾਸੀ ਬਿਨਸਤ ਨਾਹੀ। ਫਿਰ ਉਹ ਪਰਮੇਸ਼ਰ ਅਬਿਨਾਸੀ ਹੈ, ਨਾਸ਼ ਤੋਂ ਰਹਿਤ ਹੈ, ਬਿਨਸਣ ਵਾਲਾ ਨਹੀਂ ਹੈ। ਨਾ ਕੋ ਆਵੈ ਨਾ ਕੋ ਜਾਹੀ। ਤੇ ਨਾ ਹੀ ਉਹ ਆਉਂਦਾ ਹੈ ਨਾ ਜਾਂਦਾ ਹੈ। ਇਸੇ ਤਰ੍ਹਾਂ ਹੀ ਆਤਮਾ ਹੈ, ਨਾ ਆਤਮਾ ਆਉਣ ਵਾਲੀ ਨਾ ਜਾਣ ਵਾਲੀ ਹੈ। ਇਹ ਤਾਂ ਬਸ ਸਰੀਰ ਹੀ ਬਦਲਦੀ, ਇੱਥੋਂ ਨਿਕਲੀ ਦੂਜਾ ਚੋਲਾ ਜਾ ਧਾਰੇਗੀ। ਨਾ ਆਤਮਾ ਮਰਦੀ ਹੈ ਨਾ ਜੰਮਦੀ ਹੈ, ਕਿਉਂਕਿ ਪਰਮੇਸ਼ਰ ਦੀ ਅੰਸ਼ ਹੈ। ਨਾ ਪਰਮੇਸ਼ਰ ਜੰਮਦਾ ਹੈ, ਨਾ ਪਰਮੇਸ਼ਰ ਮਰਦਾ, ਨਾ ਆਉਂਦਾ ਜਾਂਦਾ ਹੈ। ਗੁਰ ਪੂਰੇ ਹਉਮੈ ਮਲ ਧੋਈ। ਤੇ ਪੂਰਾ ਗੁਰੂ ਮਿਲੇ ਨਾ ਜੋਗੀ ਜੀ, ਤੇ ਹਉਮੈ ਵੀ ਵੱਡਾ ਪਰਦਾ ਬਣਿਆ ਹੋਇਆ, ਜਿਹੜਾ ਆਤਮਾ ਤੇ ਜੀ ਸਰੀਰ ਦੇ ਵਿੱਚ ਹੈ, ਨਹੀਂ ਜਾਣੀ ਜਾਂਦੀ ਆਤਮਾ। ਤੋ ਮਹਾਰਾਜ ਕਹਿੰਦੇ ਹੈ ਜੋਗੀ ਜੀ, ਜੇ ਪੂਰਾ ਗੁਰੂ ਮਿਲੇ ਤੇ ਹੰਕਾਰ ਦੀ ਮੈਲ ਜਿਹੜੀ ਉਹ ਨਾਸ਼ ਕਰ ਦਿੰਦਾ ਹੈ। ਕਹੋ ਨਾਨਕ ਮੇਰੀ ਪਰਮ ਗਤ ਹੋਈ। ਤੇ ਮਹਾਰਾਜ ਦਾ ਐਸਾ ਬਚਨ ਸੁਣ ਕੇ ਜਿਹੜਾ ਜੋਗੀ ਹੱਥ ਜੋੜ ਲਏ, ਕਹਿੰਦਾ ਹੇ ਸੱਚੇ ਪਾਤਸ਼ਾਹ ਮਹਾਰਾਜ, ਸਤਿਗੁਰੂ ਸਾਡੀ ਪਰਮ ਗਤੀ ਹੋ ਗਈ ਹੈ। ਮਹਾਰਾਜ ਆਪ ਜੀਆਂ ਕਲਿਆਣ ਬਖਸ਼ਿਸ਼ ਕੀਤੀ ਹੈ। ਸੱਚੇ ਪਾਤਸ਼ਾਹ ਹਉਮੈ ਮਲ ਧੋਈ, ਸਾਡੀ ਸਾਰੀ ਹਉਮੈ ਹੰਕਾਰ ਹੰਗਤਾ ਮਮਤਾ ਦੀ ਮੈਲ ਧੋ ਦਿੱਤੀ ਹੈ, ਤੇ ਆਪ ਜੀਆਂ ਪਰਮੇਸ਼ਰ ਦਾ ਵਾਸਾ ਸਾਡੇ ਹਿਰਦੇ ਅੰਦਰ ਕਰਵਾ ਦਿੱਤਾ ਹੈ। ਇਸ ਤਰ੍ਹਾਂ ਜੋਗੀ ਨੇ ਸੱਚੇ ਪਾਤਸ਼ਾਹ ਮਹਾਰਾਜ ਤੋਂ ਉਪਦੇਸ਼ ਪ੍ਰਾਪਤ ਕੀਤਾ। ਇਸੇ ਸ਼ਬਦ ਦਾ ਖੁਲਾਸਾ ਫਿਰ ਅੱਗੇ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਕਰਨਗੇ। ਉਹ ਆਪਾਂ ਜਿਹੜਾ ਪ੍ਰਸੰਗ ਹੈ ਕੁਝ ਰਹਿੰਦੇ ਸਮੇਂ ਕੱਲ ਵਿਚਾਰਾਂਗੇ। ਹੁਣ ਸਮਾਂ ਕਰੀਬ ਕਰੀਬ ਹੋਇਆ, ਤੋ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਆਂ ਤੋਂ ਜੋਗੀ ਨੇ ਇਸ ਤਰ੍ਹਾਂ ਉਪਦੇਸ਼ ਪ੍ਰਾਪਤ ਕੀਤਾ। ਤੋ ਇਹ ਵਿਦਾਂਤ ਮਤ ਦੇ ਅਨੁਸਾਰ ਮਾਨੋ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜੋਗੀ ਨੂੰ ਜਿਹੜਾ ਉਪਦੇਸ਼ ਦੇ ਰਹੇ ਹਨ। ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪ ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ।
ਗੁਰੂ ਕਰੀਬ ਨਵਾਜ ਦੀ ਸਿੱਖਿਆ ਹਿਰਦੇ ਵਸੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਗੁਰ ਪੂਰੇ ਹਉਮੈ ਮਲ ਧੋਈ, ਕਹੋ ਨਾਨਕ ਮੇਰੀ ਪਰਮ ਗਤ ਹੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਘਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨਹਾਰ। ਹੇ ਸੰਤਹਿ ਕੈ ਸਦਾ ਸੰਗ ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖਾ ਹਿਐ ਪਰੋਏ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਣਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨਹਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।